ਅੱਜ ਦੀ ਜਿਹੜੀ ਮੇਰੀ ਗੱਲ ਹੈ ਨਾ ਬਹੁਤ ਹੀ ਮੁਖਤਲਿਫ ਹੈ। ਅੱਜ ਜ਼ਰਾ ਗੌਰ ਨਾਲ ਸੁਣਿਓ। ਮੁੰਡਾ ਇੱਕ ਸਟੂਡੈਂਟ ਯੂਰਪ ਦਾ ਉਹਦਾ ਵੀਜ਼ਾ ਲੱਗ ਗਿਆ, ਉਹ ਯੂਰਪ ਪਹੁੰਚ ਆਇਆ। ਜਿਸੇ ਯੂਰਪ ਪਹੁੰਚਿਆ ਨਾਲ ਉਹਨੇ ਕੰਮ ਵੀ ਕੀਤਾ ਤੇ ਨਾਲ ਉਹਨੇ ਸਟੱਡੀ ਵੀ ਕੀਤੀ। ਉਹਨਾਂ ਇੱਥੇ ਦੇ ਇਹਨੂੰ ਪੇਪਰ ਦੇ ਦਿੱਤੇ। ਜਿਸ ਵੇਲੇ ਪੇਪਰ ਇਹਨੂੰ ਮਿਲ ਗਏ ਤੇ ਪਿੱਛਾ ਫੋਨ ਕਰਕੇ ਘਰਦਿਆਂ ਨੂੰ ਕਹਿੰਦਾ ਮੈਂ ਹੁਣ ਵਾਪਸ ਆਉਣਾ ਹੈ ਤੇ ਤੁਸੀਂ ਇੰਜ ਕਰੋ ਕਿ ਮੇਰੇ ਵਾਸਤੇ ਕੋਈ ਕੁੜੀ ਤੱਕੋ, ਲੇਕਿਨ ਕੁੜੀ ਤੱਕਿਓ ਪੜ੍ਹੀ ਲਿਖੀ। ਜੇ ਪੜ੍ਹੀ ਲਿਖੀ ਨਾ ਹੋਈ ਤਾਂ ਮੈਂ ਕੋਈ ਨਹੀਂ ਵਿਆਹ ਕਰਨਾ। ਉਹਨਾਂ ਆਖਿਆ ਚਲੋ ਸਹੀ ਅਸੀਂ ਤੱਕਨੇ ਆ। ਉਹਨਾਂ ਜਨਾਬ ਕੁੜੀ ਤੱਕੀ, ਕੁੜੀ ਉਹਨਾਂ ਨੂੰ ਲੱਭ ਗਈ ਪੜ੍ਹੀ ਲਿਖੀ। ਮੁੰਡੇ ਨੂੰ ਫੋਨ ਕਰਦੇ ਨੇ, ਮੁੰਡੇ ਨੂੰ ਕਹਿੰਦੇ ਨੇ ਆ ਕੁੜੀ ਲੱਭ ਗਈ ਆ, ਤੂੰ ਟਿਕਟ ਕਰਾ ਲੈ। ਉਹਨੇ ਜਨਾਬ ਟਿਕਟ ਕਰਾਈ, ਟਿਕਟ ਕਰਾ ਕੇ ਪਿੱਛਾ ਟੁਰ ਗਿਆ। ਜਾ ਕੇ ਉੱਥੇ ਉਹਨੇ ਜਨਾਬ ਸ਼ਾਦੀ ਕੀਤੀ। ਸ਼ਾਦੀ ਕਰਨ ਤੋਂ ਬਾਅਦ ਹਫ਼ਤੇ ਬਾਅਦ ਹੀ ਘਰਦਿਆਂ ਨਾਲ ਗੱਲ ਕਰਦਾ, ਕਹਿੰਦਾ ਜੀ ਮੈਂ ਆਪਣੀ ਜਨਾਨੀ ਨੂੰ ਨਾਲ ਹੀ ਖੜਨਾ। ਉਹਨਾਂ ਕਿਹਾ ਸਾਲ ਦੋ ਇੱਥੇ ਰਹਿਣ ਦੇ ਸਾਡੇ ਕੋਲ। ਉਹਨਾਂ ਕਿਹਾ ਨਹੀਂ ਮੈਂ ਨਾਲ ਹੀ ਖੜਨਾ, ਬੀਵੀ ਨਾਲ ਹੀ ਸਹੀ ਰਹਿੰਦੀ ਹੈ, ਅਸੀਂ ਆਉਂਦੇ ਰਵਾਂਗੇ ਮਿਲਣ। ਜੇ ਤਾਂ ਕੀ ਤੁਸੀਂ ਘਰ ਦੇ ਆਖਿਆ ਚੱਲ ਤੇਰੀ ਮਰਜ਼ੀ, ਫਿਰ ਜੇ ਤੂੰ ਖੜਨਾ ਤੇ ਅਸੀਂ ਕੀ ਕਹਿ ਸਕਦੇ ਹਾਂ। ਉਹਨੇ ਜਨਾਬ ਜਨਾਨੀ ਦਾ ਪਾਸਪੋਰਟ ਬਣਵਾਇਆ, ਵੀਜ਼ਾ ਅਪਲਾਈ ਕੀਤਾ। ਵੀਜ਼ਾ ਅਪਲਾਈ ਕਰਕੇ ਨਾਲ ਹੀ ਜਨਾਨੀ ਨੂੰ ਜਨਾਬ ਲੈ ਆਇਆ। ਜਿਸ ਵੇਲੇ ਜਨਾਨੀ ਇੱਥੇ ਪਹੁੰਚੀ, ਪਹੁੰਚ ਕੇ ਤੇ ਕੋਈ ਮੈਂ ਹਾਲ ਮਹੀਨਾ ਕੱਢਿਆ ਹੋਣਾ ਸੀ। ਮਹੀਨੇ ਬਾਅਦ ਕਹਿੰਦੇ ਜੀ ਜਨਾਬ ਬਜਾਏ ਮੁੰਡਾ ਆਪਣੇ ਘਰਦਿਆਂ ਨਾਲ ਗੱਲ ਕਰੇ, ਉਹ ਜਨਾਨੀ ਦੇ ਘਰਦਿਆਂ ਨਾਲ ਗੱਲ ਕਰੇ। ਜਿਸ ਟਾਈਮ ਜਨਾਨੀ ਫੋਨ ਜਣਾ ਘਰ ਵੜੇ, ਘਰ ਆਪਣੇ ਫੋਨ ਮਿਲਾ ਲਏ, ਕਦੇ ਆਪਣੀ ਅੰਮੀ ਨਾਲ ਗੱਲ ਕਰਾਏ, ਕਦੇ ਆਪਣੇ ਅੱਬੂ ਨਾਲ ਗੱਲ ਕਰਾਏ, ਕਦੇ ਭੈਣ ਨਾਲ ਗੱਲ ਕਰਾਏ। ਐਸੇ ਤਰ੍ਹਾਂ ਕਰਦਿਆਂ ਕਰਦਿਆਂ ਨਾ ਬਹੁਤ ਜ਼ਿਆਦਾ ਮੁੰਡੇ ਦਾ ਤਵੱਜੋ ਉਧਰ ਕਰ ਦਿੱਤੀ ਉਸ ਨੂੰ। ਇੱਕ ਦਿਹਾੜੇ ਇਹਦੇ ਕੋਲ ਰਹਿਣ ਨਾ ਹੋਇਆ ਜਨਾਨੀ ਕੋਲੋਂ, ਜਣੇ ਨੂੰ ਕਹਿੰਦੀ ਹੈ ਕਿ ਮੇਰੀ ਭੈਣ ਵਾਸਤੇ ਵੀ ਕੋਈ ਯੂਰਪ ਦਾ ਰਿਸ਼ਤਾ ਤੱਕੋ। ਉਹਨੇ ਕਿਹਾ ਮੈਂ ਕਿੱਥੋਂ ਤੱਕਾਂ। ਕਹਿੰਦਾ ਨਹੀਂ ਤੁਸੀਂ ਕੋਸ਼ਿਸ਼ ਕਰੋ ਤੇ ਲੱਭ ਜਾਏਗਾ ਰਿਸ਼ਤਾ। ਉਹਨੇ ਕਿਹਾ ਚੱਲ ਸਹੀ ਹੈ ਮੈਂ ਕੋਸ਼ਿਸ਼ ਕਰਨਾ। ਉਹਨੇ ਜਨਾਬ ਅੱਗੇ ਪਿੱਛੇ ਬੰਦਿਆਂ ਨੂੰ ਆਖਿਆ, ਕੋ ਪਾਕਿਸਤਾਨ ਵੀ ਬੰਦਿਆਂ ਨੂੰ ਪੈਸੇ ਸ਼ੈਸੇ ਦਿੱਤੇ, ਅਗਰ ਯੂਰਪ ਦਾ ਵੀਜ਼ਾ ਹੋਇਆ ਜਾਂ ਰਿਸ਼ਤਾ ਹੋਇਆ ਤੇ ਦੱਸਿਓ। ਉਹਨਾਂ ਆਖਿਆ ਜੀ ਠੀਕ ਹੈ ਦੱਸਾਂਗੇ। ਲੇਕਿਨ ਕੋਨਾ ਮਹੀਨੇ ਡੇਢ ਚ ਲੱਭਾ, ਜਨਾਨੀ ਫਿਰ ਜਣੇ ਮਗਰ ਹੋ ਗਈ। ਕਹਿੰਦੀ ਹੈ ਕਿ ਕੀ ਕੀਤਾ ਮੇਰੇ ਭੈਣ ਦੇ ਰਿਸ਼ਤੇ ਦਾ। ਉਹ ਆਂਦਾ ਰਿਸ਼ਤਾ ਨਹੀਂ ਲੱਭਦਾ। ਮੈਂ ਬੜੇ ਬੰਦਿਆਂ ਨੂੰ ਪੈਸਿਆਂ ਦਾ ਵੀ ਆਖਿਆ, ਆਫਰ ਦਿੱਤੀ ਹੈ, ਲੇਕਿਨ ਕੋਈ ਨਹੀਂ ਰਿਸ਼ਤਾ ਪਿਆ ਲੱਭਦਾ। ਜਨਾਨੀ ਕਹਿੰਦੀ ਹੈ ਨਹੀਂ ਤੁਹਾਡਾ ਦਿਲ ਹੀ ਨਹੀਂ ਕਿ ਮੇਰੀ ਭੈਣ ਆਵੇ। ਉਹਨੇ ਆਖਿਆ ਮੇਰਾ ਕਿਉਂ ਨਹੀਂ ਦਿਲ ਹੋਣਾ, ਮੇਰਾ ਕੀ ਨੁਕਸਾਨ ਇਹਦੇ 'ਚ ਜੇ ਉਹ ਆ ਜਾਏਗੀ ਤੇ। ਨਹੀਂ ਨਹੀਂ ਤੁਸੀਂ ਦਿਲ ਨਾਲ ਨਹੀਂ ਕੋਸ਼ਿਸ਼ ਕਰ ਰਹੇ। ਉਹਨੇ ਆਖਿਆ ਮੈਂ ਬੜੀ ਦਿਲ ਨਾਲ ਕੋਸ਼ਿਸ਼ ਕੀਤੀ ਹੈ, ਨਹੀਂ ਰਿਸ਼ਤਾ ਲੱਭਦਾ। ਉਹਨੇ ਆਖਿਆ ਅੱਛਾ। ਇੱਕ ਦਿਨ ਲੜਾਈ ਜ਼ਰਾ ਜ਼ਿਆਦਾ ਹੋ ਗਈ ਇਸੇ ਗੱਲ ਤੋਂ। ਜਨਾਨੀ ਨੇ ਬੈਗ ਬੰਨਿਆ ਤੇ ਜਾਣ ਲਈ ਜਣੇ ਨੇ ਆਖਿਆ ਕੀ ਕਰਨੀ ਹੈ, ਸਾਡੇ ਬੱਚੇ ਨੇ ਤਰੇ, ਹੁਣ ਤੂੰ ਕਿੱਧਰ ਜਾਏਂਗੀ। ਉਹਨੇ ਆਖਿਆ ਨਹੀਂ ਮੈਂ ਤੇਰੇ ਨਾਲ ਰਹਿਣਾ ਹੀ ਨਹੀਂ, ਤੂੰ ਅੰਦਰੋਂ ਸਾਫ਼ ਨਹੀਂ ਹੈ, ਤੂੰ ਮੇਰੀ ਭੈਣ ਵਾਸਤੇ ਕੋਈ ਕੋਸ਼ਿਸ਼ ਨਹੀਂ ਕਰ ਰਿਹਾ। ਉਹਨੇ ਆਖਿਆ ਮੈਂ ਬੜੀ ਕੋਸ਼ਿਸ਼ ਕੀਤੀ ਹੈ, ਮੈਂ ਹੁਣ ਰਿਸ਼ਤਾ ਕਿੱਥੋਂ ਲਿਆਵਾਂ। ਉਹਨੇ ਆਖਿਆ ਨਹੀਂ ਮੈਂ ਤੇਰੇ ਨਾਲ ਰਹਿਣਾ ਹੀ ਨਹੀਂ, ਤੂੰ ਹੈ ਹੀ ਇੰਝ ਦੇ। ਰੁੱਸ ਕੇ ਟੁਰ ਗਈ। ਗਈ ਜਾ ਕੇ ਆਪਣੀ ਕਿਸੇ ਸਹੇਲੀ ਦੇ ਘਰ ਗਈ, ਰਾਤ ਉੱਥੇ ਜਾ ਕੇ ਰਹੀ ਤੇ ਸਵੇਰ ਫੇਰ ਜਿਹੜਾ ਜਨਾਬ ਵਾਪਸ। ਜਣਾ ਤੱਕ ਕੇ ਹੈਰਾਨ ਹੋ ਗਿਆ। ਉਹਨੇ ਆਖਿਆ ਹੈ ਆਪੂ ਹੀ ਵਾਪਸ ਆ ਗਈ, ਚਲੋ ਚੰਗੀ ਗੱਲ ਹੈ। ਆ ਕੇ ਰੋਟੀ ਛੋਟੀ ਬਣਾਉਣ ਲੱਗ ਪਈ ਤੇ ਜਣੇ ਨੂੰ ਖਵਾਲਣ ਲੱਗ ਪਈ ਤੇ ਜਨਾਬ ਆ ਕੇ ਇਸੇ ਤਰ੍ਹਾਂ ਖਿਦਮਤ ਕਰਨ ਲੱਗ ਪਈ ਹੋਰ ਜ਼ਿਆਦਾ। ਇੱਕ ਦਿਹਾੜ ਤੋਂ ਗੁਜ਼ਰੀ ਤੇ ਕਹਿੰਦੀ ਹੈ ਮੈਂ ਇੱਕ ਤਰੀਕਾ ਸੋਚਿਆ। ਉਹਨੇ ਕਿਹਾ ਕੀ ਤਰੀਕਾ ਤੂੰ ਸੋਚਿਆ। ਕਹਿੰਦਾ ਤਰੀਕਾ ਮੈਂ ਇਹ ਸੋਚਿਆ ਕਿ ਮੈਂ ਲੈਣੀ ਆ ਤੁਹਾਡੇ ਕੋਲ ਉੱਥੇ ਗੌਰਮੈਂਟ ਦੇ ਕਾਗਜ਼ਾਂ 'ਚ ਤਲਾਕ। ਤਲਾਕ ਲੈ ਕੇ ਤੇ ਜਿਹੜਾ ਨਾ ਤੁਸੀਂ ਫਿਰ ਬਾਅਦ 'ਚ ਨਾ ਮੇਰੀ ਭੈਣ ਨਾਲ ਵਿਆਹ ਕਰਿਓ ਤੇ ਫਿਰ ਜਿਹੜਾ ਨਾ ਉਹ ਤਾਂ ਕਾਗਜ਼ ਅਪਲਾਈ ਹੋਣਗੇ। ਉਹਨੂੰ ਜਣੇ ਨੇ ਆਖਿਆ ਬੇਵਕੂਫ ਹੈ ਤੂੰ, ਸਾਡੇ 3 ਬੱਚੇ ਨੇ, ਹੁਣ ਤੂੰ ਐ ਤਲਾਕ ਕਰਕੇ ਤੇਰੀ ਭੈਣ ਆਵੇਗੀ ਤੇ ਅਸੀਂ ਕਿਉਂ ਇਹਨਾਂ ਜੰਜਾਲਾਂ 'ਚ ਪਵੀਏ। ਉਹਨੇ ਆਖਿਆ ਨਹੀਂ ਤੁਸੀਂ ਕਰਨਾ ਹੀ ਕਰਨਾ, ਨਹੀਂ ਤੇ ਮੈਂ ਨਹੀਂ ਰਹਿਣਾ। ਉਹਨੇ ਮਜਬੂਰ ਕੀਤਾ। ਜਿਹੜੇ ਨੇ ਆਖਿਆ ਚੱਲ ਤੇਰੀ ਮਰਜ਼ੀ ਹੈ। ਉਹਨੇ ਜਨਾਬ ਗੌਰਮੈਂਟ ਦੇ ਕਾਗਜ਼ਾਂ 'ਚ ਤਲਾਕ ਲਈ। ਜਨਾਨੀ ਨੇ ਜਣੇ ਨੂੰ ਲਿਆ ਨਾਲ ਪਾਕਿਸਤਾਨ ਟੁਰ ਗਈ, ਨਾਲ ਬੱਚੇ ਵੀ ਲਏ। ਜਾ ਕੇ ਜਨਾਬ ਆਪਣੀ ਭੈਣ ਨਾਲ ਵਿਆਹ ਕਰਾ ਦਿੱਤੇ। ਬੰਦੇ ਅੱਗੇ ਪਿੱਛੇ ਵਾਲੇ ਹੈਰਾਨ ਵੀ ਹੋ ਕੀ ਰਿਹਾ, ਵੀ ਕਿਉਂ ਇੰਨੀ ਲੱਗੀ ਹੈ ਪੁਰਜੋਸ਼ ਹੋ ਕੇ ਆਪਣੀ ਭੈਣ ਨਾਲ ਵਿਆਹ ਕਰਾਉਣ, ਬੱਚੇ ਵੀ ਐਸ ਕੀ ਇਹਨਾਂ ਨੂੰ ਐਡੀ ਖੁਸ਼ ਆ। ਬੰਦੇ ਵੀ ਸਾਰੇ ਬੁਲਾਏ ਸੀ, ਕਿ ਨਹੀਂ ਕਿ ਇੱਕ ਬੰਦਾ ਤੇ ਅੰਦਰ ਦੀ ਗੱਲ ਵੀ ਨਹੀਂ ਕਿਸੇ ਨੂੰ ਪਤਾ ਕਿ ਗੱਲ ਕੀ ਹੈ। ਉਹ ਜਨਾਬ ਮਹੀਨਾ ਉੱਥੇ ਰਹੀ, ਵਿਆਹ ਸ਼ਾਹ ਕਰਾ ਕੇ ਤੇ ਵਾਪਸ ਆ ਗਈ। ਜਿਸ ਵੇਲੇ ਵਾਪਸ ਆਈ ਹੈ ਤੇ ਪਿੱਛੋਂ ਜਨਾਬ ਨੇ ਆਖਿਆ ਜੀ ਜਣਾ ਉੱਥੇ ਰਿਹਾ ਮਹੀਨਾ ਡੇਢ। ਤੇ ਫਿਰ ਜਿਸ ਵੇਲੇ ਵਾਪਸ ਆਇਆ, ਵਾਪਸ ਆ ਕੇ ਜਨਾਬ ਉਹਨੇ ਆਖਿਆ ਕਾਗਜ਼ ਅਪਲਾਈ ਕਰੋ ਜੀ। ਕਾਗਜ਼ ਅਪਲਾਈ ਕਰਨ ਲਈ ਤੇ ਜਿਸ ਵੇਲੇ ਜਨਾਨੀ ਜਿਹੜੀ ਨੇ ਤਲਾਕ ਲਈ ਸੀ ਨਾ, ਉਹਦਾ ਉਹਨੂੰ ਕਿਸੇ ਬੰਦੇ ਨੇ ਦੱਸਿਆ ਜਿਹੜੀ ਤੂੰ ਕਾਗਜ਼ਾਂ 'ਚ ਤਲਾਕ ਲਈ ਹੈ ਨਾ, ਤੇਰੀ ਸੱਚੀ ਮੁੱਚੀ ਤਲਾਕ ਹੋ ਗਈ ਹੈ। ਉਹਨੇ ਆਖਿਆ ਨਹੀਂ ਨਹੀਂ ਇੰਝ ਨਹੀਂ ਹੁੰਦਾ। ਉਹਨੇ ਆਖਿਆ ਤਲਾਕ ਤੇਰੀ ਹੋ ਗਈ ਹੈ, ਜਿਹਦੇ ਕੋਲੋਂ ਤੂੰ ਮਰਜ਼ੀ ਪੁੱਛ ਲੈ। ਹੁਣ ਤੇ ਕਹਿੰਦੀ ਇਹਦਾ ਹੱਲ, ਕਹਿੰਦੀ ਇਹਦਾ ਹੱਲ ਇਹ ਹੀ ਹੈ ਕਿ ਤੈਨੂੰ ਲਾਲਾ ਕਰਨਾ ਪੈਣਾ ਹੈ। ਉਹ ਜਨਾਬ ਉੱਥੇ ਹੱਕੇ ਵਾ ਕਿਉਂ ਅਸੀਂ ਕੀ ਕਰੀਏ, ਫਿਰ ਕਿਸੇ ਨਾਲ ਸ਼ਾਦੀ ਕਰਕੇ ਫਿਰ ਤਲਾਕ ਲੈਣੀ ਪੈਣੀ ਹੈ। ਉਹਨਾਂ ਆਖਿਆ ਇਹ ਤੇ ਬੜੇ ਫਸ ਗਏ ਅਸੀਂ। ਤੇ ਉਹ ਜਨਾਬ ਜਣੇ ਨੇ ਆਖਿਆ ਮੈਂ ਤੈਨੂੰ ਮਨਾ ਵੀ ਕੀਤਾ ਸੀ, ਲੇਕਿਨ ਤੂੰ ਮਨਾ ਨਹੀਂ ਹੋਈ ਮੇਰੀ ਗੱਲ ਤੋਂ ਨਾ। ਬਹਰਹਾਲ ਉਹਨੇ 3 ਬੱਚੇ ਵੀ ਨੇ ਉਹਨਾਂ ਦੇ।
ਉਹਨੇ ਫਿਰ ਤਰੀਕਾ ਇਹ ਸੋਚਿਆ ਕਿ ਪਾਕਿਸਤਾਨ ਨੂੰ ਜਿਹੜਾ ਨਾ ਕਿਸੇ ਨੂੰ ਪੈਸੇ ਦੇ ਕੇ ਉੱਥੇ ਜਾ ਕੇ ਵਿਆਹ ਕਰਕੇ ਤੇ ਉੱਥੋਂ ਜਿਹੜਾ ਨਾ ਫਿਰ ਉਹਨੂੰ ਆਖਾਂਗੇ ਤਲਾਕ ਦੇ ਦੇ ਤੇ ਫਿਰ ਮੈਂ ਆ ਕੇ ਤੁਹਾਡੇ ਨਾਲ ਸ਼ਾਦੀ ਕਰ ਲਾਂਗੀ। ਉਹ ਜਨਾਬ ਇਹ ਤਰੀਕਾ ਲੱਭਾ ਇਹਨਾਂ ਨੂੰ। ਜਨਾਨੀ ਗਈ ਪਾਕਿਸਤਾਨ ਜਾ ਕੇ ਉੱਥੇ ਨੇ ਇਸੇ ਤਰ੍ਹਾਂ ਵਿਆਹ ਕੀਤੀ ਉਸ ਤੇ ਕੋ ਫਿਰ ਬਜਾਏ ਉਹਨੇ 15 ਦਿਨ ਦੇ ਵਾਪਸ ਆਉਣਾ ਸੀ, ਉਹ 1.5 ਮਹੀਨਾ ਉਹਨੇ ਪਾਕਿਸਤਾਨ ਲਾ ਦਿੱਤਾ। ਜਿਸੇ ਵਾਪਸ ਆ ਕੇ ਜਣੇ ਨੇ ਆਖਿਆ ਹਾਂ ਬਈ ਚੱਲ ਹੁਣ ਸ਼ਾਦੀ ਕਰ ਲੈਂਦੇ ਹਾਂ। ਉਹਨੇ ਕਿਹਾ ਮੈਂ ਤੇ ਤੇਰੇ ਨਾਲ ਸ਼ਾਦੀ ਨਹੀਂ ਕਰਨੀ। ਉਹਨੇ ਕਿਹਾ ਕਿਉਂ? ਉਹਨੇ ਕਿਹਾ ਮੈਂ ਉਹ ਜਿਹੜਾ ਜਿਹਦੇ ਨਾਲ ਪਾਕਿਸਤਾਨ ਕੀਤਾ ਉਹਨੂੰ ਲੈ ਕੇ ਆਉਣਾ ਇੱਥੇ। ਉਹਨੇ ਆਖਿਆ ਤੇਰਾ ਦਿਮਾਗ ਖਰਾਬ ਹੈ, ਸਾਡੇ 3 ਬੱਚੇ ਨੇ, ਤੇਰੇ ਕਹਿਣ ਤੇ ਮੈਂ ਤੇਰੀ ਭੈਣ ਨਾਲ ਵਿਆਹ ਕੀਤਾ ਤੇ ਤੂੰ ਵੀ ਕਹਿੰਦੀ ਹੋ ਕਿ ਮੈਂ ਜਿਹੜਾ ਨਹੀਂ ਰਹਿਣਾ ਮੇਰੇ ਨਾਲ। ਉਹਨੇ ਜਣੇ ਨੇ ਢੇਰ ਮਿੰਨਤਾਂ ਕੀਤੀਆਂ ਸਾਡੇ ਬੱਚੇ ਖੱਜਲ ਹੋ ਜਾਣਗੇ। ਉਹਨੇ ਕਿਹਾ ਨਹੀਂ ਮੈਂ ਉਹਨੂੰ ਹੀ ਬੁਲਾਉਣਾ। ਉਹ ਜਨਾਬ ਜਣੇ ਕੋਲ ਪੈਸੇ ਲੈ ਕੇ ਉਹਦੇ ਅਪਲਾਈ ਕਰਕੇ ਪੇਪਰ ਉਹਨੂੰ ਇੱਥੇ ਲੈਣ ਦੀ ਉਸ ਬਾਹਰ ਜਿਸਲੇ ਬਾਹਰ ਪਹੁੰਚਿਆ ਜਾਣਾ ਤੋ ਜਿਸਲੇ ਬੱਚੇ ਜਨਾਨੀ ਕੋਲ ਆਉਣ ਕਰਨ ਤੇ ਜਣੇ ਨੂੰ ਚੰਗੇ ਕੋ ਨਾ ਲੱਗਣ ਤੇ ਜਣੇ ਬੱਚੇ ਜਿਹੜੇ ਨੇ ਨਾ ਜਣੇ ਹਾਲ ਨਾ ਜਨਾਨੀ ਹਾਲ, ਉਹ ਇਸ ਤਰ੍ਹਾਂ ਖੱਜਲ ਹੋ ਗਏ। ਕਿਸੇ ਦਾ ਫਾਇਦਾ ਸੋਚਦਾ ਇਹਨਾਂ ਦੋਵਾਂ ਨੇ ਆਪਣੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ। ਤੇ ਕਦੇ ਕਦੇ ਇਨਸਾਨ ਨੂੰ ਫੈਸਲੇ ਜ਼ਰਾ ਸੋਚ ਸਮਝ ਕੇ ਕਰਨੇ ਚਾਹੀਦੇ ਨੇ, ਇਤਨੇ ਡਾਢੇ ਵੀ ਨਹੀਂ ਕਰਨੇ ਚਾਹੀਦੇ ਸੀ ਕਿ ਬੰਦੇ ਦੇ ਬੱਚੇ ਹੀ ਖੱਜਲ ਹੋ ਜਾਣ। ਅਗਰ ਕਹਾਣੀ ਅੱਛੀ ਲੱਗੇ, ਇਹ ਬਿਲਕੁਲ ਹਕੀਕਤ ਸਟੋਰੀ ਸੀ, ਅਗਰ ਅੱਛੀ ਲੱਗੇ ਤਾਂ ਇਹਨੂੰ ਲਾਈਕ ਜ਼ਰੂਰ ਕਰ ਦਿਓ। ਸ਼ੁਕਰੀਆ। ਅੱਲਾ ਹਾਫਿਜ਼।